ਇਹ 8 ਤਰੀਕ ਦੀ ਮੀਟਿੰਗ 'ਚ ਪੱਕਾ ਹੈ। ਤਾਂ 8 ਤਰੀਕ ਦੀ ਮੀਟਿੰਗ ਤੋਂ ਬਾਅਦ ਇਮੀਡੀਏਟਲੀ ਅਸੀਂ ਆਪਣੀ ਇੱਥੇ ਮੀਟਿੰਗ ਕਰਾਂਗੇ ਤੇ ਉਹਦੇ ਵਿੱਚ ਇਸ ਦੀ ਪੂਰੀ ਰੂਪਰੇਖਾ ਤਿਆਰ ਕਰਕੇ ਐਲਾਨ ਕਰ ਦੇਵਾਂਗੇ ਇਸ ਦਾ। ਹੁਣ 8 ਤਰੀਕ ਦੀ ਮੀਟਿੰਗ ਕਲੀਅਰ ਕੱਟ ਦੋ ਹੀ ਚੀਜ਼ਾਂ ਦੇ ਉੱਪਰ ਹੋ ਰਹੀ ਹੈ, ਜਿਵੇਂ ਅਸੀਂ ਕੱਲ ਵੀ ਦੱਸਿਆ ਸੀ ਵੀ ਖੇਤੀ ਕਾਨੂੰਨ ਰੱਦ ਕਿਵੇਂ ਕਰਨੇ ਨੇ ਔਰ MSP ਦੇ ਜਿਹੜਾ ਕਾਨੂੰਨੀ ਗਰੰਟੀ ਹੈ ਉਸ ਦਾ ਕਾਨੂੰਨ ਕਿਵੇਂ ਲੈ ਕੇ ਆਉਣਾ ਹੈ। ਇਸ ਤੋਂ ਸਿਵਾਏ ਨਾ ਕੋਈ ਡਿਸਕਸ਼ਨ, ਨਾ ਕੋਈ ਆਰਗੂਮੈਂਟ, ਕੁਝ ਨਹੀਂ ਹੋਣਾ। ਅਸੀਂ ਆਰਗੂਮੈਂਟ ਬਥੇਰੇ ਕਰ ਚੁੱਕੇ। ਇਹ ਹੁਣ ਖੇਤੀਬਾੜੀ 'ਚ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਜਿਹੜਾ ਦੇਸ਼ ਦਾ ਬਹੁਤ ਵੱਡਾ ਖੇਤਰ ਹੈ। ਜੇ ਉਹਦੇ ਵਿੱਚ ਵੀ ਉਹ ਆ ਜਾਣਗੇ ਤਾਂ ਬਹੁਤ ਵੱਡੇ ਲੋਕਾਂ ਨੂੰ ਉਸ ਦੇ ਵਿੱਚੋਂ ਉਜਾੜ ਦੇਣਗੇ। ਹੁਣ ਮੋਦੀ ਹੈ ਜਿਹੜਾ, ਇਹ ਬਿਲਕੁਲ ਅਮਰੀਕਾ ਦੀ ਜਿਹੜੀ ਨੀਤੀ ਹੈ, ਸਾਮਰਾਜੀ ਵਿਸ਼ਵੀਕਰਨ ਦੀ ਨੀਤੀ ਹੈ, ਉਹਨੂੰ ਅਪਣਾ ਕੇ ਟੋਟਲ ਦੇਸ਼ ਨੂੰ ਪ੍ਰਾਈਵੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਵੱਡੇ ਕਾਰਪੋਰੇਟ ਸੈਕਟਰ ਦੇਣਾ ਚਾਹੁੰਦਾ ਹੈ। ਤਾਂ ਮੇਰਾ ਖਿਆਲ ਹੈ ਵੀ ਉਸ ਨੀਤੀ ਦੇ ਜੋ ਅਮੀਰ ਦੇਸ਼ ਵੀ ਡੁੱਬ ਗਏ, ਇਹ ਸਾਡਾ ਦੇਸ਼ ਵੀ ਬਚੇਗਾ ਨਹੀਂ, ਇਹਨਾਂ ਵਿੱਚ ਡੁੱਬ ਜਾਣਾ। ਸਵਾਗਤ ਹੈ ਜੀ ਤੁਹਾਡਾ ਪੰਜਾਬੀ ਨੈਸ਼ਨਲ ਟੀਵੀ ਤੇ। ਮੈਂ ਗੁਰਲਾਲ ਸਿੰਘ। ਤਾਂ ਅੱਜ ਜਿਹੜੀ ਕਿਸਾਨ ਮੀਟਿੰਗ ਹੋਈ ਹੈ, ਕਿਸ ਤਰ੍ਹਾਂ ਦੇ ਐਲਾਨ ਕੀਤੇ ਗਏ, ਕਿਸ ਤਰ੍ਹਾਂ ਦੇ ਫੈਸਲੇ ਲਏ ਗਏ, ਉੱਥੇ ਸਾਡੇ ਨਾਲ ਕਿਸਾਨ ਆਗੂ ਪ੍ਰੇਮ ਸਿੰਘ ਜੀ ਸਾਡੇ ਨਾਲ ਹੈ। ਭੰਗੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਧੰਨਵਾਦ ਜੀ, ਧੰਨਵਾਦ। ਪ੍ਰੇਮ ਸਿੰਘ ਜੀ, ਅੱਜ ਕਿਸ ਤਰ੍ਹਾਂ ਦੇ ਜਿਹੜੇ ਆ ਵੱਡੇ ਐਲਾਨ ਕੀਤੇ ਗਏ? ਦੇਖੋ ਜੀ, ਅੱਜ ਪਹਿਲਾਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸਵੇਰੇ, ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ। ਅਸੀਂ ਐਲਾਨ ਇੱਕ ਪਹਿਲਾਂ 6 ਤਰੀਕ ਦਾ ਕੀਤਾ ਹੋਇਆ ਸੀ, ਅੱਜ ਅਸੀਂ ਉਸ ਨੂੰ ਬਦਲ ਕੇ ਮੌਸਮ ਦੀ ਖਰਾਬੀ ਕਰਕੇ 7 ਤਰੀਕ ਕੀਤੀ ਹੈ। 7 ਤਰੀਕ ਨੂੰ ਅਸੀਂ ਘੱਟੋ ਘੱਟ 1000 ਟਰੈਕਟਰ ਸਿੰਘੂ ਬਾਰਡਰ ਤੋਂ, 1000 ਟਰੈਕਟਰ ਟਿੱਕਰੀ ਬਾਰਡਰ ਤੋਂ ਉਹ ਇਸ ਤਰ੍ਹਾਂ KMP ਤੇ ਤੋਰਨਾ ਹੈ। ਸਿਮਿਲਰਲੀ ਪਰਲੇ ਪਾਸੇ ਗਾਜ਼ੀਪੁਰ ਤੋਂ ਪਲਵਲ ਤੱਕ ਉਹ ਵੀ 500 ਦੇ ਕਰੀਬ ਟਰੈਕਟਰ ਉੱਥੇ ਮਾਰਚ ਕਰੇਗਾ। ਇਸ ਤਰ੍ਹਾਂ ਇਹ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ 8 ਤਰੀਕ ਦੀ ਮੀਟਿੰਗ ਤੋਂ ਪਹਿਲਾਂ, ਕਿਉਂਕਿ ਜੋ ਸਰਕਾਰ ਨਾਲ ਕੱਲ ਮੀਟਿੰਗ ਹੋਈ ਹੈ ਉਹਦੇ ਵਿੱਚ ਸਰਕਾਰ ਦਾ ਐਟੀਟਿਊਡ ਬੜਾ ਸਖਤ ਸੀ। ਜੋ ਅਸੀਂ ਨੋਟ ਕੀਤਾ ਹੈ, ਪਹਿਲੀਆਂ ਤੋਂ ਬਦਲਿਆ ਹੋਇਆ ਸੀ। ਉਹ ਵਾਰ-ਵਾਰ ਸਾਨੂੰ ਅਮੈਂਡਮੈਂਟ ਤੇ ਲਿਆਉਂਦੇ ਸੀ, ਅਸੀਂ ਰੱਦ ਕਰਨ ਲਈ ਆਉਂਦੇ ਸੀ। ਤਾਂ ਇਸ ਤੇ ਉਹਦਾ ਐਟੀਟਿਊਡ ਬੜਾ ਸਖਤ ਨਜ਼ਰ ਆਇਆ। ਤਾਂ 8 ਤਰੀਕ ਮੀਟਿੰਗ ਰੱਖੀ ਹੈ। ਸਾਡੇ ਪ੍ਰੋਗਰਾਮ ਇਹ ਪਹਿਲਾਂ ਤੈਅ ਸਨ। ਹੁਣ ਅਸੀਂ ਇਹ ਪ੍ਰੋਗਰਾਮ ਹੈ ਜਿਹੜਾ ਇੱਕ ਤੁਸੀਂ ਸਮਝੋ ਵੀ ਇਹ ਸਾਡੀ ਰਿਹਰਸਲ ਹੈ। ਰਿਹਰਸਲ ਇਹ ਹੈ ਵੀ ਪ੍ਰੋਗਰਾਮ ਜਿੰਨੇ ਲਿਖੇ ਹੋਏ ਨੇ, 9 ਤਰੀਕ ਨੂੰ ਸਰ ਛੋਟੂ ਰਾਮ ਜਿਹੜਾ ਕਿਸਾਨਾਂ ਦਾ ਮਸੀਹਾ ਰਿਹਾ, ਉਹਦੀ ਹੈ 9 ਤਰੀਕ ਨੂੰ ਅਸੀਂ ਉਹਨੂੰ ਵੀ ਸ਼ਰਧਾਂਜਲੀ ਭੇਟ ਕਰਨੀ ਹੈ। 13 ਤਰੀਕ ਨੂੰ ਲੋਹੜੀ ਹੈ, 13-14 ਨੂੰ ਉਹਦਾ ਲੋਹੜੀ ਦਾ ਬੜਾ ਮਹੱਤਵ ਹੈ ਪੰਜਾਬ ਹਰਿਆਣਾ ਦੇ ਕਲਚਰ ਦੇ ਵਿੱਚ। ਦੁੱਲਾ ਭੱਟੀ ਦਾ ਬੜੀ ਜਿਹੜੀ ਬੰਦਾ ਬਹਾਦਰ ਤੋਂ ਵੀ ਪਹਿਲਾਂ ਹੋਏ ਇਹਨਾਂ ਦਾ ਬੜਾ ਰੋਲ ਹੈ। ਅਸੀਂ ਉਹਨਾਂ ਨੂੰ ਵੀ ਸਮਰਪਿਤ ਇਹ ਮਨਾਵਾਂਗੇ ਔਰ ਦਿਨ ਦੇ ਵਿੱਚ ਉਹਨਾਂ ਨੂੰ ਸਮਰਪਿਤ ਨਾਟਕ ਕਰਾਂਗੇ। ਰਾਤ ਨੂੰ ਲੋਹੜੀ ਜਗਾ ਕੇ ਜਿਹੜੇ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਨੇ ਆਪਾਂ ਕਹਿ ਲਈਏ, ਉਹਨਾਂ ਨੂੰ ਜਲਾਵਾਂਗੇ। ਇਹ 3 ਪ੍ਰੋਗਰਾਮ ਜੋ ਫਾਈਨਲ ਕੀਤੇ ਇਹਨਾਂ ਨੂੰ ਲਾਗੂ ਕਰਾਂਗੇ। ਤੇ ਉਸ ਤੋਂ ਬਾਅਦ 26 ਤਰੀਕ ਦਾ ਜਿਹੜਾ ਪ੍ਰੋਗਰਾਮ ਪਹਿਲਾਂ ਐਲਾਨ ਕੀਤਾ ਹੈ, ਇਹ ਅਸੀਂ ਇੱਕ ਰਿਹਰਸਲ ਕਰਨੀ ਹੈ ਟਰੈਕਟਰ ਘੁਮਾ ਕੇ, ਤਾਂ ਕਿ 26 ਤਰੀਕ ਨੂੰ ਬਹੁਤ ਵੱਡੀ ਤਿਆਰੀ, ਨਾਲੇ ਥੋੜ੍ਹੇ ਹੋਣਗੇ, ਉਹਦੇ ਲਈ ਤਿਆਰੀ ਬਹੁਤ ਵੱਡੀ ਹੈ। ਉਹਦੇ ਵਿੱਚ ਤਾਂ ਦੇਸ਼ ਤੋਂ ਵੀ ਆਉਣਗੇ, ਹੋਰ ਸੂਬਿਆਂ ਤੋਂ ਵੀ ਆਉਣਗੇ। ਉਹਨਾਂ ਨੂੰ ਅਸੀਂ ਕਾਲ ਕਰਾਂਗੇ ਵੀ ਉਹ 18-20 ਤਰੀਕ ਤੱਕ ਘੱਟੋ ਘੱਟ ਇੱਥੇ ਨੇੜੇ ਬਾਰਡਰ 'ਤੇ ਪਹੁੰਚ ਜਾਣ। ਮਹਾਰਾਸ਼ਟਰ ਤੋਂ ਵੀ ਆਉਣ, AP ਤੋਂ ਵੀ ਆਉਣ, ਵੈਸਟ ਬੰਗਾਲ ਤੋਂ ਵੀ ਆਉਣ, ਮੱਧ ਪ੍ਰਦੇਸ਼ ਤੋਂ ਵੀ ਆਉਣ, ਜਿੱਥੇ ਜਿੱਥੇ ਆ ਸਕਦੇ ਨੇ ਉਹ ਸਾਰੇ 15-20 ਤਰੀਕ ਤੱਕ ਪਹੁੰਚ ਜਾਣ। ਫਿਰ 26 ਤਰੀਕ ਦਾ ਪ੍ਰੋਗਰਾਮ ਜੇ ਸਰਕਾਰ ਨਹੀਂ ਚੁੱਕਦੀ, ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, MSP ਤੇ ਜਿਹੜਾ ਕਾਨੂੰਨੀ ਗਰੰਟੀ ਨਹੀਂ ਦਿੰਦੀ ਸਾਨੂੰ, ਤਾਂ ਫਿਰ 26 ਤਰੀਕ ਨੂੰ ਜਿਹੜਾ ਵੱਡਾ ਐਲਾਨ ਅੱਗੇ ਕੀਤਾ ਹੋਇਆ ਉਸ ਨੂੰ ਜਥੇਬੰਦੀ 8 ਤਰੀਕ ਨੂੰ ਮੀਟਿੰਗ ਦੇ ਵਿੱਚ ਵੀ ਦੱਸੋਗੇ? 8 ਤਰੀਕ ਨੂੰ। ਜੇ ਨਹੀਂ ਮੰਨਦੇ ਤਾਂ ਇਹ ਫਿਰ ਪੱਕਾ ਹੈ? ਇਹ 8 ਤਰੀਕ ਦੀ ਮੀਟਿੰਗ 'ਚ ਪੱਕਾ ਹੈ। ਤਾਂ 8 ਤਰੀਕ ਦੀ ਮੀਟਿੰਗ ਤੋਂ ਬਾਅਦ ਇਮੀਡੀਏਟਲੀ ਅਸੀਂ ਆਪਣੀ ਇੱਥੇ ਮੀਟਿੰਗ ਕਰਾਂਗੇ ਤੇ ਉਹਦੇ ਵਿੱਚ ਇਸ ਦੀ ਪੂਰੀ ਰੂਪਰੇਖਾ ਤਿਆਰ ਕਰਕੇ ਐਲਾਨ ਕਰ ਦੇਵਾਂਗੇ ਇਸ ਦਾ ਵੀ ਇਹ ਤਿਆਰੀ ਹੈ। ਤਿਆਰੀ ਫਿਰ ਸ਼ੁਰੂ ਹੋ ਜਾਏਗੀ 8 ਤੋਂ ਬਾਅਦ। ਤਿਆਰੀ ਲੋਹੜੀ ਤੋਂ ਬਾਅਦ ਕਹੋ ਤੁਸੀਂ, ਲੋਹੜੀ ਤੋਂ ਬਾਅਦ ਤਿਆਰੀ ਇਹੋ ਸ਼ੁਰੂ ਹੋਣੀ ਹੈ 26 ਤਰੀਕ ਦੀ। ਪਰ ਅਸੀਂ ਸਮਝਦੇ ਹਾਂ ਵੀ ਜਿਹੜੀ ਸਰਕਾਰ ਹੈ ਉਸ ਨੂੰ ਘੱਟੋ ਘੱਟ ਜਿਹੜੀਆਂ ਭਾਵਨਾਵਾਂ ਦਾ ਸਤਿਕਾਰ ਕਰੇ। 8 ਤਰੀਕ ਦੀ ਮੀਟਿੰਗ ਦੇ ਵਿੱਚ ਥੋੜਾ ਐਡਵਾਂਸ ਕਰੇ, ਕਿਉਂਕਿ ਕੱਲ ਤੁਸੀਂ ਦੇਖਿਆ ਵੀ ਅਸੀਂ ਸਾਰੀ 40 ਜਥੇਬੰਦੀਆਂ ਨੇ। ਇਹ ਸਪਸ਼ਟ ਕਹਿ ਦਿੱਤਾ ਵੀ 40 ਵਿਅਕਤੀ ਨੇ, ਇਸ ਤਾਂ 500 ਜਥੇਬੰਦੀਆਂ ਜਿਹੜੇ ਅੱਜ ਬੈਠੇ ਆ ਸਾਰਾ ਸੰਯੁਕਤ ਮੋਰਚਾ, ਇਹ ਸਾਰੇ ਦੇਸ਼ ਦੇ ਵਿੱਚੋਂ। ਜੇ 500 ਜਥੇਬੰਦੀ ਦੇਸ਼ ਦੇ ਵਿੱਚੋਂ ਇੱਕ ਮਤ ਹੋ ਕੇ ਇਹ ਕਹਿੰਦੀ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਖਿਲਾਫ ਨੇ, ਖੇਤੀਬਾੜੀ ਦੇ ਖਿਲਾਫ ਨੇ, ਦੇਸ਼ ਦੇ ਲੋਕਾਂ ਦੇ ਖਿਲਾਫ ਨੇ, ਦੇਸ਼ ਦੇ ਖਿਲਾਫ ਨੇ, ਤਾਂ ਸਰਕਾਰ ਨੂੰ ਰੱਦ ਕਰ ਦੇਣੇ ਚਾਹੀਦੇ ਨੇ। ਹੁਣ 8 ਤਰੀਕ ਦੀ ਮੀਟਿੰਗ ਕਲੀਅਰ ਕੱਟ ਦੋ ਹੀ ਚੀਜ਼ਾਂ ਦੇ ਉੱਪਰ ਹੋ ਰਹੀ ਹੈ, ਜਿਵੇਂ ਅਸੀਂ ਕੱਲ ਵੀ ਦੱਸਿਆ ਸੀ ਵੀ ਖੇਤੀ ਕਾਨੂੰਨ ਰੱਦ ਕਿਵੇਂ ਕਰਨੇ ਨੇ ਔਰ MSP ਤੇ ਜਿਹੜਾ ਕਾਨੂੰਨੀ ਗਰੰਟੀ ਹੈ ਉਸ ਦਾ ਕਾਨੂੰਨ ਕਿਵੇਂ ਲੈ ਕੇ ਆਉਣਾ ਹੈ। ਇਸ ਤੋਂ ਸਿਵਾਏ ਨਾ ਕੋਈ ਡਿਸਕਸ਼ਨ, ਨਾ ਕੋਈ ਆਰਗੂਮੈਂਟ, ਕੁਝ ਨਹੀਂ ਹੋਣਾ। ਅਸੀਂ ਆਰਗੂਮੈਂਟ ਬਥੇਰੇ ਕਰ ਚੁੱਕੇ। ਜਦੋਂ ਮੀਟਿੰਗਾਂ ਸ਼ੁਰੂ ਹੋਈਆਂ
ਕੱਲ 8ਵੇਂ ਗੇੜ ਦੀ ਮੀਟਿੰਗ ਸੀ, ਤਾਂ 3-4 ਗੇੜ ਦੀ ਮੀਟਿੰਗ ਦੇ ਵਿੱਚ ਤਾਂ ਸਰਕਾਰ ਨੇ ਇਹੀ ਆਪਣਾ ਰੱਖਿਆ ਵੀ ਇਹ ਜਿਹੜੇ ਕਾਨੂੰਨ ਬਣਾਏ ਨੇ ਇਹ ਬਿਲਕੁਲ ਪਰਫੈਕਟ ਨੇ, ਇਹਨਾਂ 'ਚ ਕੋਈ ਕਮੀ ਹੈ ਨਹੀਂ, ਇਹਨਾਂ 'ਚ ਕੋਈ ਕਮੀ ਨਹੀਂ ਹੈ। ਅਸੀਂ 3 ਤਰੀਕ ਨੂੰ 5 ਤਰੀਕ ਨੂੰ ਵੀ ਡਿਸਕਸ਼ਨ ਕਰਕੇ, ਅਸੀਂ 4-5 ਬੁਲਾਰੇ ਸੀ ਮੇਨ, ਡਿਸਕਸ਼ਨ ਕਰਕੇ ਦੱਸ ਦਿੱਤਾ ਵੀ ਕਾਨੂੰਨ ਨੇ ਜਿਹੜੇ ਗੈਰ ਸੰਵਿਧਾਨਕ ਨੇ, ਤੁਸੀਂ ਇਹਨਾਂ ਨੂੰ ਬਣਾ ਨਹੀਂ ਸਕਦੇ ਔਰ ਇਹਨਾਂ ਦੇ ਵਿੱਚ ਇਹ ਕਮਜ਼ੋਰੀਆਂ ਨੇ, ਇਸ ਲਈ ਇਹ ਕਾਨੂੰਨਾਂ ਨੂੰ ਅਸੀਂ ਪ੍ਰਵਾਨ ਨਹੀਂ ਕਰਦੇ। ਇਹ ਖੇਤੀਬਾੜੀ ਨੂੰ ਬਰਬਾਦ ਕਰਨ ਵਾਲੇ ਨੇ। ਖੇਤੀਬਾੜੀ ਦੇ ਵਿੱਚ ਜਿਹੜਾ ਪ੍ਰਾਈਵੇਟ ਟਰੇਡਰ, ਅਦਾਨੀ, ਅੰਬਾਨੀ, ਕਾਰਪੋਰੇਟ ਸੈਕਟਰ ਜਿਹੜਾ ਹੋਰ ਖੇਤਰਾਂ ਦੇ ਵਿੱਚ ਆ ਚੁੱਕਿਆ, ਇਹ ਹੁਣ ਖੇਤੀਬਾੜੀ 'ਚ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਜਿਹੜਾ ਦੇਸ਼ ਦਾ ਬਹੁਤ ਵੱਡਾ ਖੇਤਰ ਹੈ। ਜੇ ਉਹਦੇ ਵਿੱਚ ਵੀ ਉਹ ਆ ਜਾਣਗੇ ਤਾਂ ਬਹੁਤ ਵੱਡੇ ਲੋਕਾਂ ਨੂੰ ਉਸ ਦੇ ਵਿੱਚੋਂ ਉਜਾੜ ਦੇਣਗੇ, ਉਹਨਾਂ ਦੀ ਜ਼ਮੀਨਾਂ ਤੇ ਵੀ ਕਬਜ਼ ਹੋ ਜਾਣਗੇ ਐਸਾ। ਪਰ ਸਰਕਾਰ ਕਹਿੰਦੇ ਜੀ ਕੰਟਰੈਕਟ ਫਾਰਮਿੰਗ ਹੈ, ਵੀ ਇਹਦੇ ਵਿੱਚ ਅਸੀਂ ਜਿਹੜਾ ਜ਼ਮੀਨ ਦੀ ਮਾਲਕੀ ਦਾ ਹੱਕ ਤਾਂ ਖੋਇਆ ਨਹੀਂ ਹੈ, ਤੁਸੀਂ ਠੇਕੇ ਦਿਓ ਚਾਹੇ ਨਾ ਦਿਓ। ਪਰ ਜੇ ਸਰਕਾਰ ਇੱਕ ਵਾਰ ਜਿਵੇਂ ਮਰਜ਼ੀ ਕਰਕੇ ਉਹ ਵੱਡੇ ਫਾਰਮ ਬਣਾ ਕੇ ਠੇਕੇ ਤੇ ਉਹਨਾਂ ਨੂੰ, ਠੇਕਾ ਵੀ 1 ਸਾਲ ਦਾ ਨਹੀਂ ਹੈ, 20 ਸਾਲ 30 ਸਾਲ 50 ਸਾਲ ਦੇ ਪਟੇ ਨੇ। ਆਪਾਂ ਪੰਜਾਬ 'ਚ ਦੇਖੀਏ, ਜੇ ਕਿਸੇ ਨੂੰ ਜ਼ਮੀਨ ਠੇਕੇ ਦੇ, ਜਿਹੜੇ NRI ਨੇ ਬਾਹਰ, ਉਹ ਆਪਣੇ ਆਪ ਜਿਹੜੀ ਜ਼ਮੀਨਾਂ ਦੀ ਐਂਟਰੀਆਂ ਬਦਲ ਲੈਂਦੇ ਨੇ ਉਸ ਦੀਆਂ। ਤਾਂ ਇਸ ਲਈ ਜੇ ਉਹਨਾਂ ਨੂੰ ਵੱਡੇ ਕਾਰਪੋਰੇਟ ਸੈਕਟਰ ਨੂੰ ਜ਼ਮੀਨਾਂ ਦੇ ਦਈਏ 20 ਸਾਲ ਲਈ 30 ਸਾਲ ਲਈ, ਉਹ ਤਾਂ ਸਾਰੀ ਜਮਾਬੰਦੀਆਂ ਬਦਲ ਦੇਣਗੇ, ਸਾਡੀ ਮਾਲਕੀ ਖਤਮ ਕਰ ਦੇਣਗੇ, ਜ਼ਮੀਨਾਂ ਦੇ ਮਾਲਕ ਬਣ ਜਾਣਗੇ। ਇਸ ਲਈ ਅਸੀਂ ਇਹਨਾਂ ਨੂੰ ਚਾਹੁੰਦੇ ਹਾਂ, ਇਸ ਲਈ ਮੁਕਾਬਲੇ ਤੇ ਪ੍ਰਾਈਵੇਟ ਸਿਸਟਮ, ਸਰਕਾਰੀ ਮੰਡੀਆਂ ਬੜੀਆਂ ਸੋਹਣੀਆਂ ਚੱਲਦੀਆਂ ਨੇ, ਅਸੀਂ ਮੰਗ ਹੀ ਨਹੀਂ ਕੀਤੀ। ਜੇ ਤੁਸੀਂ ਪ੍ਰਾਈਵੇਟ ਮੰਡੀਆਂ ਖੋਲ੍ਹਦੇ ਹੋ, ਪ੍ਰਾਈਵੇਟ ਸਿਸਟਮ ਬਣਾਉਂਦੇ ਹੋ, ਤਾਂ ਇਸ ਦਾ ਮਤਲਬ ਤੁਸੀਂ ਖੇਤੀਬਾੜੀ ਦਾ ਨਿੱਜੀਕਰਨ ਕਰ ਰਹੇ ਹੋ। ਬਹੁਤ ਵੱਡੇ ਖੇਤਰ ਨੂੰ ਨਿੱਜੀਕਰਨ ਕਰਕੇ ਤੁਸੀਂ ਦੇਸ਼ ਨੂੰ ਮਰਵਾਉਣਾ ਹੈ। ਇੰਨੇ ਲੋਕਾਂ ਨੂੰ ਜਿਹੜੇ ਢਿੱਡ ਭਰ ਰਹੇ ਹੈ ਸਾਰੇ ਦੇਸ਼ ਦਾ, ਰੁਜ਼ਗਾਰ ਵੀ ਜਿਹੜੀ ਖੇਤੀਬਾੜੀ ਦੇ ਰਹੀ ਹੈ ਸਾਰੇ ਲੋਕਾਂ ਨੂੰ, ਤੁਸੀਂ ਬਰਬਾਦ ਕਰਨਾ ਹੈ। ਹੋਰ ਤਾਂ ਰੁਜ਼ਗਾਰ ਦਾ ਸਾਧਨ ਨਹੀਂ, ਕਰੋਨਾ 'ਚ ਤਾਂ ਰੁਜ਼ਗਾਰ ਖੁੱਸ ਗਏ, ਕਾਰੋਬਾਰ ਬੰਦ ਹੋ ਗਏ। ਇਸ ਲਈ ਜੇ ਅਸੀਂ ਰੁਜ਼ਗਾਰ 2 ਏਕੜ 5 ਏਕੜ 10 ਏਕੜ ਤੱਕ, ਮੁੰਡੇ ਪੜ੍ਹਦੇ ਨੇ, ਸਾਡੇ ਮੁੰਡੇ ਪੜ੍ਹ ਕੇ ਨੌਕਰੀਆਂ ਮਿਲਦੀਆਂ ਨਹੀਂ, ਬਾਹਰ ਭੱਜ ਜਾਂਦੇ ਆ ਕੈਨੇਡਾ ਨੂੰ, ਇੰਗਲੈਂਡ ਨੂੰ, ਅਮਰੀਕਾ ਨੂੰ। ਉਹ ਤਾਂ ਭੱਜਦੇ ਕਿਉਂਕਿ ਨੌਕਰੀਆਂ ਹੈ ਨਹੀਂ, ਤਾਂ ਫਿਰ ਉਹ ਮੁੰਡੇ ਖੇਤੀਬਾੜੀ 'ਚ ਲੱਗ ਜਾਂਦੇ ਨੇ ਇੱਥੇ, ਕਿਉਂਕਿ ਆਪਣਾ ਕੰਮ ਕਰੋ ਤੁਸੀਂ, ਮੈਕਨਾਈਜ਼ ਖੇਤੀ ਹੈ, ਡਾਇਵਰਸੀਫਿਕੇਸ਼ਨ ਨੂੰ, ਚੰਗੀ ਖੇਤੀ ਕਰੋ, ਉਹਦੇ ਵਿੱਚ ਵੀ ਆਮਦਨ ਹੋ ਜਾਂਦੀ ਹੈ। ਹੁਣ ਤੁਸੀਂ ਜੇ ਉਹ ਵੀ ਬਰਬਾਦ ਕਰਨੀ ਹੈ, ਖੇਤੀਬਾੜੀ ਖੋਹ ਲੈਣੀ ਹੈ 86% ਲੋਕਾਂ ਤੋਂ, ਤਾਂ ਬਹੁਤ ਵੱਡੀ ਬੇਰੁਜ਼ਗਾਰੀ, ਬਹੁਤ ਵੱਡੀ ਅਨਾਰਕੀ, ਕਿਓਸ ਹੈ ਜਿਹੜਾ ਦੇਸ਼ ਦੇ ਵਿੱਚ ਫੈਲ ਜਾਏਗਾ ਔਰ ਦੇਸ਼ ਦੀ ਆਰਥਿਕਤਾ ਵੀ ਖਤਮ ਹੋ ਜਾਏਗੀ, ਜਿਹੜੀ ਕਿ ਸਾਡੀ ਖੇਤੀਬਾੜੀ ਆਰਥਿਕਤਾ ਦਾ ਧੁਰ ਹੈ। ਕਰੋਨਾ ਮਹਾਮਾਰੀ 'ਚ ਤੁਸੀਂ ਦੇਖ ਹੀ ਲਿਆ ਕਿ ਖੇਤੀਬਾੜੀ ਨੇ ਦੇਸ਼ ਬਚਾਇਆ, ਬਾਕੀ ਦਾ ਸਾਰੇ ਸੈਕਟਰ ਡੁੱਬ ਗਏ ਸੀ, ਸ਼ੇਅਰ ਮਾਰਕੀਟ ਵੀ ਥੱਲੇ ਚਲੀ ਗਈ, ਸਾਰਾ ਡੁੱਬ ਗਿਆ ਸੀ। ਇੰਨੀ GDP ਕਦੇ ਨਹੀਂ ਗਿਰੀ ਅੱਜ ਤੱਕ ਜਿੰਨੀ ਕਰੋਨਾ ਮਹਾਮਾਰੀ 'ਚ ਗਿਰੀ ਹੈ, ਕੇਵਲ ਖੇਤੀਬਾੜੀ ਨੇ ਵਧਾਇਆ। ਜੇ ਹੁਣ ਖੇਤੀਬਾੜੀ ਐਡਾ ਵੱਡਾ ਖੇਤਰ ਹੈ, ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਵਾਲਾ ਹੈ, ਤਾਂ ਆਪਾਂ ਇਸ ਨੂੰ ਤਬਾਹ ਥੋੜਾ ਕਰਨਾ ਹੈ। ਸਾਡਾ ਗਰੀਬ ਦੇਸ਼ ਹੈ, ਸਾਡਾ ਗਰੀਬ ਦੇਸ਼ ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਤੋਂ ਸਿਵਾਏ, ਖੇਤੀਬਾੜੀ ਨੂੰ ਸਬਸਿਡੀ ਦੇਣ ਤੋਂ ਸਿਵਾਏ ਇਹ ਬਚ ਨਹੀਂ ਸਕਦਾ। ਤੁਹਾਨੂੰ ਇਹ ਪਤਾ ਵੀ ਅਮੀਰ ਦੇਸ਼ਾਂ ਦੇ ਵਿੱਚ ਵੀ, ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਖੇਤੀਬਾੜੀ ਲਈ ਬਹੁਤ ਭਾਰੀ ਸਬਸਿਡੀਆਂ ਨੇ, ਬਹੁਤ ਵੱਡੇ ਪੈਸੇ। ਉਹ ਕਹਿੰਦੇ ਨੇ ਵੀ ਤੁਸੀਂ ਇਹ ਫਸਲ ਨਾ ਬੀਜੋ, ਨਾ ਬੀਜਣ ਦੇ ਉੱਪਰ ਜਿੰਨਾ ਕਿਸਾਨ ਨੂੰ ਘਾਟਾ ਪੈਂਦਾ ਉਹ ਸਰਕਾਰ ਆਪਣੇ ਆਪ ਹੀ ਦਿੰਦੀ ਹੈ। ਇਸ ਲਈ ਜੇ ਭਾਰੀ ਸਬਸਿਡੀਆਂ ਅਮੀਰ ਦੇਸ਼ਾਂ ਦੇ ਮੁਲਕਾਂ ਦੇ ਵਿੱਚ ਕਿਸਾਨਾਂ ਨੂੰ ਨੇ, ਤਾਂ ਗਰੀਬ ਦੇਸ਼ਾਂ ਦੇ ਮੁਲਕਾਂ 'ਚ ਕਿਉਂ ਨਾ ਹੋਣ। ਸਾਡੀ ਸਬਸਿਡੀਆਂ, ਤੁਸੀਂ ਜਿਹੜੀ ਵਿਸ਼ਵ ਵਪਾਰ ਜਥੇਬੰਦੀ ਹੈ, ਅਮੀਰ ਦੇਸ਼ਾਂ ਦੇ ਗਲਬੇ ਵਾਲੀ ਜਥੇਬੰਦੀ ਹੈ, ਸਾਡਾ ਦੇਸ਼ ਉਹਦਾ ਮੈਂਬਰ ਹੈ, ਉਹਦੇ ਹੁਕਮਨਾਮੇ ਮੰਨ ਕੇ ਖੇਤੀਬਾੜੀ ਦਾ ਵੀ ਨਿੱਜੀਕਰਨ ਕਰਨਾ ਚਾਹੁੰਦੇ ਨੇ। ਸਾਡੀ MSP ਵੀ ਖਤਮ ਕਰਨੀ, ਸਰਕਾਰੀ ਖਰੀਦ ਖਤਮ ਕਰਨੀ, ਸਰਕਾਰੀ ਮੰਡੀਆਂ ਖਤਮ ਕਰਨੀ, ਸਾਰਾ ਸਿਸਟਮ ਪ੍ਰਾਈਵੇਟ ਹੱਥਾਂ 'ਚ ਦੇ ਦੇਣਾ। ਇਹ ਵਿਸ਼ਵ ਵਪਾਰ ਜਥੇਬੰਦੀ ਦੇ ਆਦੇਸ਼ ਨੇ, ਸਰਕਾਰ ਉਹਨੂੰ ਮੰਨੀ ਜਾ ਰਹੀ ਹੈ ਕਿਉਂਕਿ ਉਹਦੀ ਮੈਂਬਰ ਹੈ। ਇਸ ਲਈ ਜੇ ਉਹਦੀ ਮੈਂਬਰ ਸਰਕਾਰ ਜਦ ਤੱਕ ਰਹੇਗੀ, ਉਹਦੇ ਆਦੇਸ਼ਾਂ ਨੂੰ ਇਹ ਮੰਨਣਗੇ। ਮਲਟੀਨੈਸ਼ਨਲ ਦੇ, ਫਾਈਨੈਂਸ ਕੈਪੀਟਲ ਦੇ, ਇਹ ਸਾਰੇ ਦੇਸ਼ ਨੇ ਤੇ ਵਰਲਡ ਬੈਂਕ ਦੇ, ਉਹਨਾਂ ਨੂੰ ਸਰਕਾਰ ਮੰਨ ਰਹੀ ਹੈ। ਇਹ ਨੀਤੀ ਬਹੁਤ ਖਤਰਨਾਕ ਹੈ। ਇਹ ਨੀਤੀ ਜਿਹਨੂੰ ਆਪਾਂ ਕਹਿੰਦੇ ਹਾਂ ਗਲੋਬਲਾਈਜੇਸ਼ਨ ਨੀਤੀ ਜਾਂ ਵਿਸ਼ਵੀਕਰਨ, ਉਦਾਰੀਕਰਨ, ਨਿੱਜੀਕਰਨ, ਇਹ ਨੀਤੀ ਸੰਸਾਰ ਪੱਧਰ ਤੇ ਫੇਲ ਹੋ ਚੁੱਕੀ ਹੈ। ਜੇ 2008 ਦੇ ਵਿੱਚ ਅਮਰੀਕਾ 'ਚ ਸੰਕਟ ਆਇਆ ਤਾਂ ਇਸ ਨੀਤੀ ਕਰਕੇ ਆਇਆ। ਉਹ ਬੜੇ ਭਾਰੀ ਜਿਹੜਾ ਪੈਸੇ ਲੋਕਾਂ ਨੂੰ ਘੱਟ ਉਸ ਦੇ ਪਰ ਵਿਆਜ ਦੇ ਪਰ ਲੋਨ ਦੇ ਪਰ ਦਿੱਤੇ, ਲੋਕਾਂ ਨੇ ਪੈਸੇ ਮੋੜੇ ਨਹੀਂ, ਵੱਡੇ ਵੱਡੇ ਪ੍ਰਾਈਵੇਟ ਬੈਂਕ ਡੁੱਬ ਗਏ, ਸਾਰਾ ਡੁੱਬ ਗਿਆ ਔਰ ਉਹਦਾ ਅਸਰ ਹੁਣ ਤੱਕ ਹੈ। ਸਾਡਾ ਦੇਸ਼ ਬਚਿਆ ਤਾਂ ਸੀ, ਸਾਡੇ ਦੇਸ਼ ਥੋੜਾ ਬਹੁਤ ਪਬਲਿਕ ਸੈਕਟਰ ਮੌਜੂਦ ਸੀ, ਟੋਟਲ ਪ੍ਰਾਈਵੇਟ ਨਹੀਂ ਸੀ ਹੋਇਆ। ਜੇ ਟੋਟਲ ਪ੍ਰਾਈਵੇਟ ਇੱਥੇ ਵੀ ਹੋ ਜਾਂਦਾ ਤਾਂ ਇਹਨਾਂ ਵੀ ਡੁੱਬ ਜਾਣਾ ਸੀ। ਹੁਣ ਮੋਦੀ ਹੈ ਜਿਹੜਾ, ਇਹ ਬਿਲਕੁਲ ਅਮਰੀਕਾ ਦੀ ਜਿਹੜੀ ਨੀਤੀ ਹੈ, ਸਾਮਰਾਜੀ ਵਿਸ਼ਵੀਕਰਨ ਦੀ ਨੀਤੀ ਹੈ, ਉਹਨੂੰ ਅਪਣਾ ਕੇ ਟੋਟਲ ਦੇਸ਼ ਨੂੰ ਪ੍ਰਾਈਵੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ, ਵੱਡੇ ਕਾਰਪੋਰੇਟ ਸੈਕਟਰ ਦੇਣਾ ਚਾਹੁੰਦਾ ਹੈ।
ਤਾਂ ਮੇਰਾ ਖਿਆਲ ਹੈ ਵੀ ਉਸ ਨੀਤੀ ਦੇ ਜੋ ਅਮੀਰ ਦੇਸ਼ ਵੀ ਡੁੱਬ ਗਏ, ਇਹ ਸਾਡਾ ਦੇਸ਼ ਵੀ ਬਚੇਗਾ ਨਹੀਂ। ਇਹਨਾਂ ਵਿੱਚ ਡੁੱਬ ਜਾਣਾ, ਇਹ ਪਾਲਿਸੀ ਇੱਧਰ ਨੂੰ ਜਾ ਰਹੀ ਹੈ। ਇਸ ਲਈ ਅਸੀਂ ਲੜ ਰਹੇ ਹਾਂ ਕਿ ਬਹੁਤ ਗਿਣਤੀ ਲੋਕ ਜਿਹੜੇ ਦੇਸ਼ ਦਾ ਢਿੱਡ ਭਰ ਰਹੇ ਆ ਕਿਸਾਨੀ, ਘੱਟੋ ਘੱਟ ਉਹਦੀ ਰਾਖੀ ਤਾਂ ਕਰੀਏ। ਬਾਕੀ ਸੈਕਟਰ ਤਾਂ ਨੇ ਵੇਚ ਦਿੱਤੇ ਗਏ। ਇਹ ਸਾਡੀ ਅੱਜ ਲੜਾਈ ਹੈ ਔਰ ਇਹਦੇ ਲਈ ਉਹ ਜਿਹੜੀ ਐਜੀਟੇਸ਼ਨ ਸਾਰੇ ਦੇਸ਼ ਚੱਲ ਰਹੀ ਹੈ। ਵਰਲਡ ਓਪੀਨੀਅਨ ਵੀ ਸਾਡੀ ਫੇਵਰ ਦੇ ਵਿੱਚ ਹੈ। ਅਸੀਂ ਲੜ ਰਹੇ ਹਾਂ ਔਰ ਖੇਤੀ ਕਾਨੂੰਨ ਨੂੰ ਰੱਦ ਕਰਾ ਕੇ ਹੀ ਰਹਾਂਗੇ। ਇਸ ਤੋਂ ਇਲਾਵਾ ਕਿਸਾਨ ਇੱਥੋਂ ਮੁੜਨ ਵਾਲਾ ਹੈ ਨਹੀਂ। ਅਸੀਂ ਕੱਲ ਵਨ ਵੋਇਸ ਚ ਕਹਿ ਦਿੱਤਾ ਸੀ ਸਰਕਾਰ ਨੂੰ ਸਪਸ਼ਟ। ਪ੍ਰੇਮ ਸਿੰਘ ਜੀ, ਜਿਵੇਂ ਸਰਕਾਰ ਦੇ ਖਿਲਾਫ ਕਿਸਾਨਾਂ ਦੀ ਲੜਾਈ ਹੈ, ਹੁਣ ਜੇ ਮੈਂ 26 ਜਨਵਰੀ ਦੀ ਗੱਲ ਕਰਾਂ ਤਾਂ ਕਿ 25 ਜਨਵਰੀ ਨੂੰ ਹੀ ਟਰੈਕਟਰ ਅੱਗੇ ਚੱਲਣਗੇ? ਜਿਵੇਂ ਬੈਰੀਗੇਟਿੰਗ ਹੈ ਤਾਂ ਉਹਨਾਂ ਨੂੰ ਤੋੜਦੇ ਹੋਏ ਅੱਗੇ ਨਿਕਲੋਗੇ ਤੁਸੀਂ? ਅਸੀਂ ਤਾਂ ਜਾਵਾਂਗੇ ਪੀਸਫੁਲ। ਅਸੀਂ ਤਾਂ ਰੋਕਦੀ ਹੈ ਸਰਕਾਰ ਫਿਰ? ਅਸੀਂ ਤਾਂ ਕਹਾਂਗੇ ਵੀ ਇਸ ਤਰ੍ਹਾਂ ਦਿੱਲੀ ਚੱਲੇ ਆ, ਪੀਸਫੁਲ ਚੱਲੇ ਆ ਔਰ 26 ਜਨਵਰੀ ਅਸੀਂ ਪਰੇਡ ਕਰਨੀ ਹੈ। 26 ਜਨਵਰੀ ਦੇ ਵਿੱਚ ਉਹ ਰੋਕਣਗੇ ਸਾਨੂੰ ਤਾਂ ਦੇਖੀ ਜਾਏਗੀ। ਅਸੀਂ ਪਹੁੰਚਣਾ ਮਾਰਚ ਉੱਥੇ ਵੀ ਕਰਨਾ। ਅਸੀਂ ਆਪਣੇ ਆਪ ਵਾਇਲੈਂਟ ਨਹੀਂ ਹੋਣਾ ਹੈ। ਜੇ ਸਰਕਾਰ ਕੋਈ ਤਸ਼ੱਦਦ ਕਰਦੀ ਹੈ, ਰੋਕਦੀ ਹੈ, ਤਾਂ ਉਸ ਕਿਸਮ ਦਾ ਫੈਸਲਾ ਉੱਥੇ ਕੀਤਾ ਜਾਏਗਾ ਫਿਰ। ਪਰ ਅਸੀਂ ਜਾਣਾ ਦਿੱਲੀ ਹੈ, ਜਾਣਾ ਪੀਸਫੁਲ ਹੈ। ਸਾਡੇ ਵੱਲੋਂ ਕੋਈ ਵਾਇਲੈਂਸ ਨਹੀਂ। ਅਸੀਂ ਪੀਸਫੁਲ ਰਹਾਂਗੇ। ਸਰਕਾਰ ਸਾਨੂੰ ਲੰਘਣ ਦੇਗੀ, ਵੈਲ ਐਂਡ ਗੁੱਡ। ਉੱਥੇ ਮਾਰਚ ਕਰਾਂਗੇ ਗਣਤੰਤਰ ਦਿਵਸ ਤੇ। ਪਰ ਸੁਣਨ ਚ ਇਹ ਵੀ ਆਇਆ ਕਿ ਪ੍ਰਧਾਨ ਮੰਤਰੀ ਜਿਹੜੇ ਹੈ ਯੂਨਾਈਟਿਡ ਕਿੰਗਡਮ ਦੇ ਬੋਰਿਸ ਜੌਨਸਨ, ਉਹ ਉੱਥੇ ਨਹੀਂ ਪਹੁੰਚ ਰਹੇ। ਚੰਗੀ ਗੱਲ ਹੈ। ਉਹ ਦੇਸ਼ ਦੇ ਲੋਕਾਂ ਦਾ ਜਿਹੜਾ ਰੋਹ ਦੇਖ ਰਿਹਾ ਵੀ ਦੇਸ਼ ਦੇ ਲੋਕ ਤਾਂ ਮੋਦੀ ਦੇ ਖਿਲਾਫ ਨੇ, ਤਾਂ 26 ਜਨਵਰੀ ਗਣਤੰਤਰ ਉਹ ਕਿਉਂ ਆਣਾ ਇੱਥੇ ਜਦੋਂ ਐਡੀ ਬਦਅਮਨੀ ਦੇਸ਼ ਦੇ ਵਿੱਚ ਹੋਵੇ, ਐਡੀ ਅਸ਼ਾਂਤੀ ਹੋਵੇ, ਸਾਰੇ ਦੇਸ਼ ਦਾ ਅੰਨਦਾਤਾ ਸਰਕਾਰ ਦੇ ਖਿਲਾਫ ਲੜ ਰਿਹਾ ਹੋਵੇ। ਮੈਂ ਕਹਿੰਦਾ ਚੰਗਾ ਫੈਸਲਾ ਕੀਤਾ ਉਹਨਾਂ ਨੇ, ਨਹੀਂ ਆਉਣਾ ਚਾਹੀਦਾ ਉਹਨਾਂ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਪ੍ਰੇਮ ਸਿੰਘ ਜਿਹੜੇ ਕਿਸਾਨ ਆਗੂ ਹੈ ਉਹਨਾਂ ਨੇ ਗੱਲਬਾਤ ਕੀਤੀ ਹੈ ਸਾਡੇ ਨਾਲ, ਤੇ ਉਹਨਾਂ ਨੇ ਦੱਸਿਆ ਕਿ 3 ਐਲਾਨ ਕੀਤੇ ਹੈ ਤੇ 26 ਜਨਵਰੀ ਨੂੰ ਹਿੱਸਾ ਬਣ ਜਾਣਗੇ ਅਗਰ ਸਰਕਾਰ 8 ਤਰੀਕ ਦੀ ਮੀਟਿੰਗ ਦੇ ਵਿੱਚ ਨਹੀਂ ਮੰਨਦੀ ਹੈ ਤਾਂ ਤੁਸੀਂ ਇਸੇ ਤਰ੍ਹਾਂ ਪੰਜਾਬੀ ਨੈਸ਼ਨਲ ਨਾਲ ਜੁੜੇ ਰਹੋ। ਜਾਣੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੀਵੀ।